बाबा जी मेरी एक बेनती है बाबा जी, ते मेरे तो बैठिया नहीं जाता, चौंकड़ी नहीं ਵੱਜਦੀ ते ਜਦੋਂ ਬਹਿੰਦੇ ਆ ਭਜਨ ਤੇ ਧੁਨ ਨਹੀਂ ਸੁਣਾਈ ਦੇ, ਧਿਆਨ ਨਹੀਂ ਲੱਗਦਾ। ਆਪਾਂ ਤਾਂ ਸਾਰਾ ਕੁਝ ਹੀ ਨੰਨੇ ਨਾਲ ਜੋੜਤਾ। ਹਾਂਜੀ ਆਪਾਂ ਕੁਝ ਨਹੀਂ ਕਰਨਾ, ਆਪਾਂ ਸਿਰਫ ਬੈਠਣਾ ਹੈ। ਮਹਾਰਾਜ ਜੀ ਦਾ ਹੁਕਮ ਮੰਨ ਕੇ ਬੈਠੋ, ਬਾਬਾ ਠੀਕ ਹੈ ਨਾ। ਹਾਂਜੀ ਬਹਿ ਕੇ ਆਪਣਾ ਸਿਮਰਨ ਕਰੋ, ਬਾਕੀ ਕੁਝ ਹੁੰਦਾ ਹੈ ਨਹੀਂ ਹੁੰਦਾ ਆਪਾਂ ਕੀ ਲੈਣਾ। ਬਾਬਾ ਜੀ ਆਪਾਂ ਹੁਕਮ ਦੀ ਪਾਲਣਾ ਕਰਨੀ ਹੈ। दूसरी बेनती है बाबा जी भी मैं दुनिया ते नहीं मुड़ के आना चाहती, मेरे इत्थे कर्म कटा दियो बाबा जी। सचखंड तुरया भी नहीं जाना बाबा जी, गड्डी च लै जाओ। ਜਹਾਜ਼ 'ਚ ਨਹੀਂ ਜਾਣਾ, तुरे ਗੱਡੀ नहीं जी बाबा ਗੱਡੀ जा। ਗੱਡੀ ਵਿੱਚ ਤਾਂ ਫਿਰ ਵੀ ਦੇਰ ਲੱਗੂਗੀ। ਸਿੱਧਾ ਕਹੋ ਜਹਾਜ਼ 'ਚ ਜਾਣਾ, ਜੇ ਮੰਗਣਾ ਹੈ ਤਾਂ ਸਹੀ ਮੰਗੋ। नहीं जी ਹਾਂ तुसी बाबा जी लेके जाओ, कृपा करो। ਕੋਈ ਬਾਬਾ ਜੀ ਸਵੇਰ ਦੇ ਟਾਈਮ ਤੁਸੀਂ ਜਿਹੜਾ ਟਾਈਮ ਦਿੱਤਾ ਭਜਨ ਸਿਮਰਨ ਤੇ ਬੈਠਣ ਦਾ, ਉਸ ਟਾਈਮ ਬਾਬਾ ਜੀ ਜਾਗ ਵੀ ਆ ਜਾਂਦੀ ਆ, ਉੱਠ ਵੀ ਜਾਈਦਾ, ਬੈਠਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਵੀ ਹੁੰਦੀ ਆ। ਇਹ ਨਹੀਂ ਵੀ ਬੈਠਦੇ ਵੀ ਆ ਬਾਬਾ ਜੀ, ਪਰ ਮਨ ਨਹੀਂ ਟਿਕਦਾ ਜੀ। 5-10 ਮਿੰਟ ਮਨ ਟਿਕਦਾ ਆ, ਉਸ ਤੋਂ ਬਾਅਦ ਇੱਧਰ ਉੱਧਰ ਦਾ ਭਟਕਦਾ ਜੀ। ਤੇ ਬੇਟਾ ਦੇਖੋ, ਮਨ ਆਦਤ ਤੋਂ ਮਜਬੂਰ ਹੈਗਾ। ਜੋ ਵੀ ਆਪਾਂ ਆਦਤਾਂ ਪਾਈਆਂ ਮਨ ਨੇ ਉਸੇ ਤਰ੍ਹਾਂ ਚੱਲਣਾ ਹੈ। ਮਨ ਨੇ ਕੋਈ ਹੋਰ ਚਾਲ ਤਾਂ ਨਹੀਂ ਚੱਲਣੀ ਬੇਟਾ, ਆਦਤ ਆਪਾਂ ਹੀ ਪਾਈ ਹੈ। ਹੁਣ ਆਪਾਂ ਉਹਨੂੰ ਬਦਲਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ, ਠੀਕ ਹੈ ਨਾ। ਹੁਣ ਤੁਸੀਂ ਦੇਖੋਗੇ ਜ਼ਿੰਦਗੀ ਵਿੱਚ ਕਿਸੇ ਨੂੰ ਸਵੇਰੇ ਉੱਠ ਕੇ ਚਾਹ ਪੀਣ ਦੀ ਆਦਤ ਹੈ, ਕਿਸੇ ਨੂੰ ਕੋਈ ਹੋਰ ਚੀਜ਼ ਦੀ ਆਦਤ ਹੈ। ਹੁਣ ਉਹ ਆਦਤ ਇੱਕਦਮ ਤਾਂ ਛੁੱਟਦੀ ਨਹੀਂ ਗੀ। ਹੁਣ ਆਪਾਂ ਦੇਖਣਾ ਕਿ ਸਾਡੇ ਹਿੱਤ ਵਿੱਚ ਕੀ ਹੈ। ਇਹ ਚੀਜ਼ਾਂ ਬਾਰ-ਬਾਰ ਸਾਹਮਣੇ ਆਉਂਦੀਆਂ ਹੈ। ਹੁਣ ਮਨ ਸਾਡਾ ਪ੍ਰਭਾਵਿਤ ਹੋਇਆ ਪਿਆ, ਮਨ ਵਿੱਚ ਇਹ ਅਲੱਗ-ਅਲੱਗ ਚੰਗੇ ਮਾੜੇ ਪ੍ਰਭਾਵ ਪਾਏ ਹੋਏ ਹੈ। ਹੁਣ ਇਸ ਵਕਤ ਪਰਮਾਰਥ ਵਿੱਚ ਆ ਕੇ ਸਾਨੂੰ ਇੱਕ ਅਹਿਸਾਸ ਹੋਇਆ ਹੈਗਾ ਕਿ ਇਹ ਜਿੰਨੇ ਵੀ ਪ੍ਰਭਾਵ ਹੈ ਜਿਹੜੇ ਮਾੜੇ ਹੈ, ਅਸੀਂ ਉਹਨਾਂ ਨੂੰ ਹਟਾਉਣਾ ਹੈਗਾ, ਉਹਨਾਂ ਨੂੰ ਖਤਮ ਕਰਨਾ ਹੈ। ਜ਼ਿੰਦਗੀ ਦੀ ਕਿਤਾਬ ਕੋਰੀ ਕਿਤਾਬ ਸੀ। ਜੋ ਵੀ ਆਪਾਂ ਦੇਖਿਆ, ਜੋ ਵੀ ਕੀਤਾ, ਜੋ ਵੀ ਪਾਇਆ, ਉਹ ਕਿਤਾਬ 'ਚ ਲਿਖਿਆ ਗਿਆ। ਹੁਣ ਜਦੋਂ ਵੀ ਕਿਤਾਬ ਨੂੰ ਖੋਲ੍ਹਦੇ ਹੈ, ਜੋ ਲਿਖਿਆ ਉਹੀ ਮਿਲੂਗਾ। ਹੁਣ ਅਹਿਸਾਸ ਹੋ ਗਿਆ ਕਿ ਜੀ ਇਹਦੇ ਵਿੱਚ ਕਈ ਚੀਜ਼ਾਂ ਤਾਂ ਚੰਗੀਆਂ ਤੇ ਕਈ ਮਾੜੀਆਂ। ਜਿਹੜੀਆਂ ਮਾੜੀਆਂ ਹੈ ਉਹ ਆਪਾਂ ਮਿਟਾਉਣੀਆਂ ਹੈਗੀਆਂ। ਹੁਣ ਭਜਨ ਸਿਮਰਨ ਦਾ ਮਕਸਦ ਹੀ ਇਹ ਹੈ ਕਿ ਆਪਾਂ ਨੂੰ ਸਿਮਰਨ ਕਰਦੇ ਕਰਦੇ ਉਹਨਾਂ ਨੂੰ ਆਪਾਂ ਮਿਟਾਈ ਜਾਈਏ। ਮਨ ਚਾਹੂਗਾ ਨਹੀਂ, ਕਿਉਂਕਿ ਮਨ ਕਿਉਂ ਚਾਹੂਗਾ ਕਿ ਤੁਸੀਂ ਉਹਦੇ ਦਾਇਰੇ ਚੋਂ ਨਿਕਲ ਜਾਓ, ਤੁਸੀਂ ਖੁਦ ਮੁਖਤਿਆਰ ਹੋ ਜਾਓ। ਸੋ ਇਸ ਕਰਕੇ ਆਪਾਂ ਵਿਚਾਰ ਕਰਨਾ ਹੈ ਰੋਜ਼ ਭਜਨ ਸਿਮਰਨ ਵਿੱਚ ਬੈਠਣ ਤੋਂ ਪਹਿਲਾਂ ਕਿ ਆਪਾਂ ਭਜਨ ਸਿਮਰਨ ਕਿਉਂ ਕਰਨਾ ਹੈਗਾ। ਆਪਣੀ ਲੋੜ ਨੂੰ ਕਰਨਾ ਹੈ। ਭਾਗਡੋਰ ਸਾਨੂੰ ਚਾਹੀਦੀ ਹੈ ਹੱਥ ਵਿੱਚ, ਕਿ ਆਪਾਂ ਕਿਸੇ ਹੋਰ ਦੇ ਹੱਥ ਵਿੱਚ ਦੇਣੀ ਹੈ। ਸਾਰੀ ਉਮਰ ਕਿਸੇ ਹੋਰ ਦੀ ਚਾਕਰੀ ਕਰਨੀ ਹੈ ਕਿ ਅਸੀਂ ਹਕੂਮਤ ਕਰਨੀ ਹੈ। ਔਰ ਜੇ ਅਸੀਂ ਹਕੂਮਤ ਕਰਨੀ ਹੈ ਤਾਂ ਸਾਨੂੰ ਮਨ ਨੂੰ ਕਾਬੂ ਕਰਨਾ ਪਊਗਾ। ਔਰ ਮਨ ਕਾਬੂ ਤਾਂ ਹੀ ਆਊਗਾ ਜਦੋਂ ਭਜਨ ਸਿਮਰਨ ਕਰਾਂਗੇ। ਭਜਨ ਸਿਮਰਨ ਕਰਕੇ ਜਦੋਂ ਅੰਦਰੋਂ ਉਹ ਮਿਠਾਸ ਆਊਗੀ ਨਾ, ਉਸ ਮਿਠਾਸ ਨੂੰ ਹਾਸਲ ਕਰਕੇ ਉਹ ਰਸ ਆਵਾ, ਇਹ ਰਸ ਜਾਵਾ। ਸੋ ਇਹ ਸਾਡੀ ਲੋੜ ਹੈ ਬੇਟਾ। ਬਾਬਾ ਜੀ ਜਦੋਂ ਬੈਠਦੇ ਨਾ ਭਜਨ ਸਿਮਰਨ ਤੇ ਬੈਠ ਗਏ ਆ, ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਬਾਬਾ ਜੀ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਆ, ਉਸ ਤੋਂ ਬਾਅਦ ਦਰਦ ਹੋਣੀ ਸ਼ੁਰੂ ਹੋ ਜਾਂਦੀ ਬਾਬਾ ਜੀ, ਉਸ ਤੋਂ ਬਾਅਦ ਫਿਰ ਬੈਠਿਆ ਨਹੀਂ ਜਾਂਦਾ। ਇਹ ਬੇਟਾ ਸਭ ਮਨ ਦੀ ਚਾਲ ਹੈ। ਮਨ ਅਲੱਗ-ਅਲੱਗ ਪ੍ਰਭਾਵ ਤੁਹਾਡੇ ਸਾਹਮਣੇ ਰੱਖੂਗਾ, ਅਲੱਗ-ਅਲੱਗ ਚੀਜ਼ਾਂ ਯਾਦ ਕਰਾਊਗਾ। ਜਿਹੜੀਆਂ ਆਪਾਂ ਸਾਰੇ ਦਿਨ ਯਾਦ ਕਰ ਰਹੇ ਸੀ, ਉਸ ਵਕਤ ਆ ਕੇ ਤੁਹਾਨੂੰ ਯਾਦ ਆਉਣਗੀਆਂ। ਮਨ ਦੀ ਚਾਲ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਉੱਠ ਜੀ, ਮਗਰ ਆਪਾਂ ਦੇਖਣਾ ਕਿ ਇਹਦੇ 'ਚ ਮੇਰਾ ਫਾਇਦਾ, ਮੈਂ ਨਹੀਂ ਉੱਠਣਾ, ਠੀਕ ਹੈ ਨਾ। ਹੁਣ ਦੇਖੋ ਆਪਾਂ ਨੌਕਰੀ ਤੇ ਜਾਂਦੇ ਹਾਂ ਜਾਂ ਦੁਕਾਨ ਤੇ ਜਾਂਦੇ ਹਾਂ, ਸਾਨੂੰ ਪਤਾ ਹੈ ਕਿ ਸਾਡੀ ਰੋਜ਼ੀ ਰੋਟੀ ਦੇ ਨਾਲ ਜੁੜੀ ਵੀ ਹੈ। ਭਾਵੇਂ ਤਬੀਅਤ ਠੀਕ ਹੋਵੇ ਨਾ ਹੋਵੇ, ਆਪਾਂ ਬਹਿੰਦੇ ਹਾਂ ਕਿ ਨਹੀਂ ਬਹਿੰਦੇ, ਆਪਾਂ ਨਿਭਾਉਂਦੇ ਹਾਂ ਕਿ ਨਹੀਂ ਨਿਭਾਉਂਦੇ। ਉਸੇ ਤਰ੍ਹਾਂ ਬੇਟਾ ਉਹਨਾਂ ਚੀਜ਼ਾਂ ਤੋਂ ਕਿਤੇ ਜ਼ਰੂਰੀ ਇਹਨੂੰ ਨਿਭਾਉਣਾ ਹੈ। ਬੈਠੇ ਰਹੋ, ਇਹ ਕੁਛ ਨਹੀਂ ਹੋਣ ਲੱਗਾ ਪੀੜਾਂ ਦੇ ਨਾਲ। ਕਦੇ ਸੁਣਿਆ ਕਿ ਕੋਈ ਭਜਨ ਸਿਮਰਨ ਕਰਦਾ ਕਰਦਾ ਕਿਸੇ ਦੀ ਮੌਤ ਹੋ ਗਈ? ਇਸ ਚੰਗੀ ਮੌਤ ਹੋ ਨਹੀਂ ਸਕਦੀ, ਮਗਰ ਹੁੰਦਾ ਨਹੀਂ। ये सिर्फ डरावे है मन दे, और कुछ नहीं है। बाबा जी मेरी एक गुजारिश है, जो अभी माता जी यहाँ पर एक आध टर्न पहले जो काफ़ी रोई वगैरह, वो मेरी माता जी हैं। सो द क्वेश्चन इज कि सत्संग से
इनको पिछले 60-70 साल से जुड़े हुए हैं और सत्संग के अध्यात्म से, और उन्होंने वाकई में 2-2.5 घंटे लगभग पिछले 50 साल से ऑलमोस्ट विदाउट फेल, बेबी शायद 3-4 दिन ना किया हो, बाकी वो उन्होंने किया है और बहुत फायदा हुआ है. बहुत very difficult situations of life, including losing my father at an early age and many other, going bankrupt where you have a life savings. In all of these and in many other ways, सत्संग ने जो resilience इन्हें दिया है वो unparalleled, बहुत बढ़िया है. लेकिन साथ ही सत्संग से ही एक जो उनकी जो ये धारणा बनी हुई है कि अगर मैं बुधवार और एतवार को, जब 2 बार सत्संग होता है तो मैं 2 बार क्यों नहीं जाती हूँ, और अगर मैं नहीं जाती हूँ तो एक तरीके से एक बिट्रेयल है, एक वो विरह, एटसेट्रा एटसेट्रा. एंड फ्रैंकली देयर इज हिस्टेरिया एट होम. और बहुत ट्रांसपेरेंटली कह रहा हूँ, यहाँ बहुत जानने वाले हैं, मुश्किल हो जाता है. तो मेरी समझ इतनी है कि हर शहर में आपने मल्टीपल सेंटर्स, कहीं कहीं मल्टीपल लैंग्वेजेस, मल्टीपल लोकेशंस, मल्टीपल डेज ऑफ द वीक इसलिए खोले हैं कि जिसको जहां सुविधा हो वो एक रीजनेबल फ्रीक्वेंसी पे वहां जा सके. ना कि जहां जहां सेंटर खुला है, जितनी जितनी बार सत्संग होता है, जितनी भाषाओं में होता है, उसमें सभी में जाना ही है बस. क्या ये मेरी अंडरस्टैंडिंग सही है? बेटा ऐसे है, आस्था की बात है, दूसरों चीजों से ये कंपेयर नहीं होती. मैं रोज दिन में 3 बार ही खाना खाता हूं क्योंकि मेरे को मालूम है कि जब तक मैं खाना नहीं खाऊंगा मेरी सेहत या मेरा कामकाज ये मैं पूरा नहीं कर पाऊंगा. सो वो मेरे लिए जरूरी हो जाता है. छोटा बच्चा है, पढ़ाई का शौक है, वो चाहे बारिश है चाहे धूप है, छुट्टियां हैं, उसको अपने स्कूल से एक लगाव है क्योंकि वहां जाकर उसे कुछ मिलता है, उसको कुछ सेटिस्फैक्शन मिलती है. वैसे ही जैसे जैसे इंसान बुजुर्ग होता है, उम्र में आगे बढ़ता है, अपनी जिंदगी का आहिस्ता आहिस्ता एहसास हो रहा है, तो उसको एक सहारा चाहिए जस्ट टू होल्ड ऑन टू. हर एक चीज का जिंदगी में एक एसोसिएशन है. जैसे दफ्तर का एसोसिएशन कामकाज, किचन का एसोसिएशन खाना, सिनेमा हॉल का एसोसिएशन एंटरटेनमेंट, सत्संग का एसोसिएशन रूहानियत. We tend to cling on for our own need. जब डूबता है ना, उसको तिनके का भी सहारा बहुत होता है. और जैसे जैसे मैं जिंदगी में आगे बढ़ता हूं, मेरे को अपनी जिंदगी दिखाई दे रही है, I will cling on to whatever I can hold on to get some source of strength and some inspiration that it will be okay. Would I do that or not? Can you falter for it? So I think to the extent that this is having me understand what it means to her, I think this is very valid and makes a lot of sense. And I certainly should. I mean, I even when I was young, I won't miss satsang for anything. So my Even if it meant, running away from work or whatever it is. So I guess my only request to you is, गुजारिश है आपसे कि अगर आप देखिए हमारी तरफ से, क्योंकि हम वैसे ही जानते हैं कि सत्संग से क्या लाभ एक्चुअली हुआ है, यानी ये किसी के कहने सुनने की बात नहीं है. मैंने खुद अपनी आंखों से देखा है कि जब वो बैंक डूब जाती है जहां आपके 95% ऑफ लाइफ सेविंग्स हैं और इनके चेहरे पर एक शिकंज नहीं आती है, ठीक है, सुपर काम, क्यों? सत्संग की वजह से, क्योंकि उन्होंने ये किया. तो यानी कि इसकी इंपॉर्टेंस, एंड पर्टिकुलरली जिस तरह से आपने कहा कि as one goes into the sunset, there are lesser and lesser things to hang on to, and so of course you hang on to it. So I totally hear you. मगर मेरी एक और गुजारिश ये है, जैसे आपने कहा कि काम का, ऑफिस का एसोसिएशन काम से है, सिनेमा का एसोसिएशन एंटरटेनमेंट से है,
आजकल वर्क फ्रॉम होम हो गया है, आजकल तो आपका भी हम यूट्यूब पे भी देख लेते हैं, तो अगर आपकी तरफ से एक थोड़ी सी मेरे लिए, मैं समझ गया कि मुझे आई हैव टू कीप ट्राइंग द मैक्सिमम टू ब्रिंग टू एज मच एज पॉसिबल, सो आई गेट दैट। अगर आपकी तरफ से भी एक आध अगर शब्द हो जाए कि भाई सत्संग जरूरी है, उसका भी एक, यानी इट्स नॉट लाइक अ मैक्स डोज ऑफ इट, इट्स No, it's not, it's never. I mean, beta, love can never be sufficient. To say that I will ever get satisfied where love is concerned, that will never happen. Because there's always something more to look forward to, and there's always something more that I want. Okay? So you can never have sufficient of that. But having said that, ठीक है, I mean, normally there won't be restrictions. But when I'm here, because everybody wants to come, and there is a government restriction that only so many people can be here. So one has to sort of put in certain restrictions that you have to register, and only those who are registered can come. To that extent, yes, I will request everybody that let's stay within that. Everybody wants to come, and we should be graceful enough to accept that. To that extent, yes. But beyond that, I would say that it's like taking somebody's life from them, because that's what they're holding on to. I hear you. I hear you. Thank you. Appreciate it.